नमस्कार, स्वागत है तुहाडा पॉलिटिकल कहानियां दे विच। कांग्रेस ने देश भर दे विच इन्नी सत्ता भोगी कि उसनूं 5 स्टार कल्चर दी पार्टी किया जान लगा। अज असीं कांग्रेस दे अजिहे लीडर दी दिलचस्प पॉलिटिकल कहानी तुहानूं दस्सांगे जिसने खेतां दे विच दिहाड़ी मजदूरी कीती, सड़कां ते मजदूरी कीती ते उसे सड़क तो मजदूरी करदे होए रायसीना रोड यानी सोनिया गांधी दे घर तक दा सफ़र तय कर लिया। लुधियाना ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਪੋਲੀਟੀਕਲ ਕਹਾਣੀ ਅੱਜ ਤੁਹਾਨੂੰ ਦਿਖਾਵਾਂਗੇ। ਬੜੀ ਹੀ ਦਿਲਚਸਪ ਕਹਾਣੀ ਹੈ। ਲਖਵੀਰ ਸਿੰਘ ਲੱਖਾ ਧਰਮ ਤੇ ਸਿਆਸਤ ਦਾ ਇੱਕ ਇੰਟਰਸਟਿੰਗ ਕਾਕਟੇਲ ਹੈ। ਉਹਨਾਂ ਨੂੰ ਮਿਲਣ ਦੇ ਲਈ ਅੱਜ ਸਵੇਰ ਦੇ ਸਮੇਂ ਮੰਦਿਰ ਦੇ ਵਿੱਚ ਅਸੀਂ ਪਹੁੰਚੇ। ਨਮਸਕਾਰ ਐਮਐਲਏ ਸਾਹਿਬ। नमस्कार जी। ਕੀ ਹਾਲ ਚਾਲ ਜੀ? ठीक ठाक। ਸਵੇਰ ਸਵੇਰੇ ਮੰਦਿਰ 'ਚ ਬੈਠੇ। भोले शंकर के पुजारियां हर रोज़ रूटीन च मंदिर चाहिए। इस शहर के बारे ये बड़ा सुनन च आया भी इत्थे बड़े सारे ਜਿਹੜੇ ਇਤਿਹਾਸਿਕ ਸਥਾਨ ਨੇ, ਮਤਲਬ ਧਾਰਮਿਕ ਤੇ ਇਤਿਹਾਸਿਕ ਸਥਾਨ ਬਹੁਤ ਜ਼ਿਆਦਾ ਨੇ ਇੱਥੇ। ਸਾਡਾ ਸ਼ਹਿਰ ਆ ਜਿਹੜਾ ਸਦੀਆਂ ਪੁਰਾਣਾ ਸ਼ਹਿਰ ਆ, ਜੋ ਸਾਡੇ ਬਜ਼ੁਰਗਾਂ ਤੋਂ ਜਾਂ ਵਿਦਵਾਨਾਂ ਤੋਂ ਸੁਣਿਆ ਵੀ ਮਹਾਦੇਵ ਮੰਦਿਰ ਆ ਜਿਹੜਾ ਇੱਥੇ ਖੰਡਿਤ ਸ਼ਿਵਲਿੰਗ ਪੂਜਿਆ ਜਾਂਦਾ। ਜਿੱਥੇ ਅਸੀਂ ਬੈਠੇ ਆ, ਜਿੱਥੇ ਆਪਾਂ ਬੈਠੇ ਆ, ਇਹ ਖੰਡਿਤ ਸ਼ਿਵਲਿੰਗ ਜਦੋਂ ਬਾਬਰ ਦਾ ਪੂਰਾ ਰਾਜ ਸੀ, ਕਹਿਰ ਚੱਲ ਰਿਹਾ ਸੀ ਦੇਸ਼ ਦੁਨੀਆ ਤੇ, ਤਾਂ ਉਸ ਸਮੇਂ ਸ਼ਿਵਲਿੰਗ ਨੂੰ ਤੋੜਿਆ ਗਿਆ। ਤਾਂ ਉਸ ਤੋਂ ਬਾਅਦ ਵੀ ਇੱਥੇ ਖੰਡਿਤ ਸ਼ਿਵਲਿੰਗ ਦੀ ਪੂਜਾ ਕੀਤੀ ਜਾਂਦੀ ਹੈ ਤੇ ਹਰ ਲੋਕਾਂ ਦੀ ਮਾਨਤਾ ਜਿਹੜੀ ਮਨ ਦੀ ਇੱਛਾ ਪੂਰੀ ਹੁੰਦੀ ਹੈ। ਇਸ ਦੇ ਨਾਲ ਇੱਥੇ ਇਤਿਹਾਸਕ ਮੰਦਿਰ ਵੀ ਨੇ ਤੇ ਪੁਰਾਣੇ ਇਤਿਹਾਸਕ ਮੁਸਲਮਾਨੀ ਸਥਾਨ ਵੀ ਨੇ। ਇਸ ਸ਼ਹਿਰ ਨੂੰ ਜੋ ਦੱਸਿਆ ਜਾਂਦਾ ਵੀ ਪੁਰਾਣੇ ਸਦੀਆਂ 'ਚ ਇਹ ਸ਼ਹਿਰ ਮੁਸਲਮਾਨੀ ਸ਼ਹਿਰ ਹੁੰਦਾ ਸੀ। ਇੱਥੇ ਬਹੁਤ ਆਬਾਦੀ, ਆਜ਼ਾਦੀ ਤੋਂ ਪਹਿਲਾਂ ਵੀ ਮੁਸਲਮਾਨਾਂ ਦੀ ਆਬਾਦੀ ਬਹੁਤ ਜ਼ਿਆਦਾ ਸੀ। ਮਾਈਗ੍ਰੇਸ਼ਨ ਤੋਂ ਬਾਅਦ ਇੱਥੇ ਮੁਸਲਮਾਨਾਂ ਦੀ ਆਬਾਦੀ ਜਮਾਂ ਹੀ ਘਟ ਗਈ ਤੇ ਹੁਣ ਸਾਡਾ ਸ਼ਹਿਰ ਬੜਾ ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ ਇਕਜੁੱਟ ਆ ਤੇ ਬੜੇ ਸਾਰੇ ਲੋਕ ਸਾਡੇ ਧਾਰਮਿਕ ਸਥਾਨ ਜਿੰਨੇ ਨੇ ਉਹਨਾਂ ਨੂੰ ਮਾਨਤਾ ਕਰਦੇ। ਤੇ ਰੋਜ਼ ਬੈਠਦੇ ਹੋ ਇੱਥੇ ਆ ਕੇ? ਮੈਂ ਡੇਲੀ ਹਰ ਰੋਜ਼ ਆਪਣੀ ਸ਼ੁਰੂਆਤ ਘਰੋਂ ਪਾਠ ਕਰਕੇ ਜਪਜੀ ਸਾਹਿਬ ਦਾ, ਚੌਪਾਈ ਸਾਹਿਬ ਦਾ, ਉਸ ਤੋਂ ਬਾਅਦ ਮੰਦਿਰ ਆਉਣਾ, ਮੰਦਿਰ ਦਰਸ਼ਨ ਕਰੀਦੇ ਨੇ, ਮੱਥਾ ਟੇਕੀਦਾ, ਸਾਰੇ ਮੰਦਿਰਾਂ 'ਚ ਜਾਈਦਾ। ਫਿਰ ਮੈਂ ਗਊਸ਼ਾਲਾ ਜਾਂਦਾ। ਗਊਸ਼ਾਲਾ ਤੋਂ ਬਾਅਦ ਜਿਸ ਤਰ੍ਹਾਂ ਅੱਜ ਵੀਰਵਾਰ ਆ, ਵੀਰਵਾਰ ਵਾਲੇ ਦਿਨ ਮੈਂ ਪੀਰਾਂ ਦੀ ਜਗ੍ਹਾ 'ਤੇ ਵੀ ਮੱਥਾ ਟੇਕਦਾ। ਲੱਖਾ ਜੀ, ਸਿਆਸਤ ਦੇ ਵਿੱਚ ਕਿਵੇਂ ਸਮਾਂ ਕੱਢ ਲੈਂਦੇ ਇਸ ਰੂਟੀਨ ਦਾ ਕਿ ਰੋਜ਼ ਆ ਕੇ ਖਰਗੋਸ਼ਾਂ ਨੂੰ ਰੋਟੀ ਖਵਾਉਣੀ, ਗਾਈਆਂ ਨੂੰ ਰੋਟੀ ਖਵਾਉਣੀ? ਦੇਖੋ ਜੀ, ਇਹ ਰੂਟੀਨ ਦਾ ਕੰਮ ਆ। ਸਵੇਰੇ ਰੱਬ ਦਾ ਨਾਮ ਲੈਣ ਲਈ ਘਰੋਂ ਤੁਰੀਦਾ ਤੇ ਮੰਦਿਰ ਆ ਕੇ ਪੂਜਾ ਕਰੀਦੀ ਆ। ਫਿਰ ਖਰਗੋਸ਼ਾਂ ਨੂੰ ਦੋ ਮੇਰਾ ਰੂਟੀਨ ਦਾ 2 ਫੁਲਕੇ ਇਹਨਾਂ ਨੂੰ ਪਾਉਣੇ ਨੇ, 1 ਫੁਲਕਾ ਕੁੱਤੇ ਨੂੰ ਪਾਉਣਾ। ਉਹ ਡੇਲੀ ਦੀ ਰੂਟੀਨ ਆ। ਲੱਖਾ ਜੀ, ਸਿਆਸਤ ਦੇ ਨਾਲ ਇਹ ਚੀਜ਼ਾਂ ਮੇਨਟੇਨ ਕਿਵੇਂ ਕਰਦੇ ਹੋ, ਕਿਉਂਕਿ ਇਹ ਤੇ ਫਿਰ ਰੂਟੀਨ ਹੋ ਜਾਂਦੀ? ਦੇਖੋ ਜੀ, ਇਹ ਮੇਨਟੇਨ ਦੀ ਗੱਲ ਨਹੀਂ, ਸ਼ਰਧਾ ਦੀ ਗੱਲ ਆ। ਮੈਂ ਹਰ ਰੋਜ਼ ਇਹ ਰੂਟੀਨ ਦਾ ਕੰਮ ਸ਼ਰਧਾ ਲਾ ਲਓ, ਮੇਰੇ ਮਨ ਦੀ ਭਾਵਨਾ ਲਾ ਲਓ ਵੀ ਆਪਾਂ ਦਿਨ ਰਾਤ ਘੁੰਮੇ ਫਿਰਦੇ ਆ। ਸਾਡੇ ਗੁਰੂ ਪੀਰ ਪੈਗੰਬਰ ਦੇਵੀ ਦੇਵਤੇ ਕਹਿ ਕੇ ਗਏ ਨੇ ਵੀ 10ਵਾਂ ਦਸੌਂਧ ਕੱਢਣਾ ਚਾਹੀਦਾ। ਗਊਆਂ ਨੂੰ ਤੁਸੀਂ ਇੱਥੇ ਦੇ ਰੋਟੀ ਖਵਾ ਜਾਂਦੇ ਹੋ, ਪਰ ਪੰਜਾਬ ਦੀਆਂ ਸੜਕਾਂ ਤੇ ਬੜੀਆਂ ਗਊਆਂ ਫਿਰਦੀਆਂ ਨੇ, ਬੜੇ ਐਕਸੀਡੈਂਟ ਹੁੰਦੇ ਆ। ਇਹ ਮੁੱਦਾ ਵਿਧਾਨ ਸਭਾ 'ਚ ਵੀ ਉੱਠਿਆ ਪਰ ਉਹਦਾ ਹੱਲ ਨਹੀਂ ਹੁੰਦਾ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਐਕਸੀਡੈਂਟ ਦਾ ਕਾਰਨ ਵੀ ਜਿਹੜੇ ਅਵਾਰਾ ਪਸ਼ੂ ਜਾਂ ਗਊਆਂ ਫਿਰਦੀਆਂ ਉਹਨਾਂ ਨਾਲ ਹੁੰਦੇ ਨੇ। ਇਹਦੇ ਵੱਲ ਸਾਡੀਆਂ ਸਰਕਾਰਾਂ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਤੇ ਮੈਂ ਵੀ ਸਰਕਾਰ ਦੇ ਨੁਮਾਇੰਦੇ ਹੋਣ ਦਾ ਨਾਤੇ ਇਹ ਵੀ ਰਿਕੁਐਸਟ ਕਰਾਂਗੇ ਵੀ ਇਹਨਾਂ ਨੂੰ ਜਾਂ ਤਾਂ ਸਰਕਾਰੀ ਸਹੂਲਤਾਂ ਦਿੱਤੀਆਂ ਜਾਣ, ਗਊਸ਼ਾਲਾ ਨੂੰ ਸਰਕਾਰੀ ਫੰਡ ਦਿੱਤੇ ਜਾਣ
ਤੇ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਮੈਂ ਸੈਂਟਰ ਗਵਰਨਮੈਂਟ ਨੂੰ ਵੀ ਅਪੀਲ ਕਰੂੰਗਾ ਵੀ ਇਹਦਾ ਕੋਈ ਨਾ ਕੋਈ ਵੱਖਰਾ ਬਜਟ ਬਣਾਇਆ ਜਾਵੇ। ਹੁਣ ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਅੱਜ ਵੀਰਵਾਰ ਆ, ਵੀਰਵਾਰ ਵਾਲੇ ਦਿਨ ਮੈਂ ਪੀਰਾਂ ਦੀ ਜਗ੍ਹਾ ਤੇ ਮੱਥਾ ਟੇਕਦਾ ਹੁੰਦਾ, ਉੱਥੇ ਜਾਣਾ, ਉਸ ਤੋਂ ਬਾਅਦ ਘਰੇ ਜਾ ਕੇ ਤਿਆਰ ਹੋ ਕੇ ਇਹ ਦਫ਼ਤਰ ਜਾਣਾ। ਇਹ ਕਿਹੜੀ ਜਗ੍ਹਾ? ਬੜੇ ਸੋਹਣੇ ਇਤਿਹਾਸਿਕ ਥਾਵਾਂ ਨੇ ਤੁਹਾਡੇ ਇੱਥੇ ਸ਼ਹਿਰ ਦੇ ਵਿੱਚ। ਇਹ ਬਾਬਾ ਸ਼ਾਹ ਹੁਸੈਨ ਜੀ ਕਿਹਾ ਜਾਂਦਾ ਤੇ ਨਾਲ ਜਿਹੜੀ ਇਹ ਦਰਗਾਹ ਵਾ ਦਮਦਾਰ ਪੀਰ ਜੀ ਦੀ ਹੈ, ਜਿਹਨੀ ਇਹਨਾਂ ਦੀ ਅਸਲ ਜਗ੍ਹਾ ਵਾ ਕਾਨਪੁਰ ਡਿਸਟ੍ਰਿਕਟ 'ਚ। ਇਹ ਬਹੁਤ ਬੜੀ ਖੂਬਸੂਰਤ ਗੱਲ ਹੈ। ਜਪਜੀ ਸਾਹਿਬ ਦੇ ਪਾਠ ਤੋਂ ਸ਼ੁਰੂਆਤ, ਫਿਰ ਮੰਦਿਰ, ਫਿਰ ਗਊਸ਼ਾਲਾ, ਫਿਰ ਉਸ ਤੋਂ ਬਾਅਦ ਦਰਗਾਹ ਤੇ। ਹਾਂਜੀ। ਇਹ ਕਦੋਂ ਦੀ ਰੁਟੀਨ ਰੱਖੀ ਹੋਈ? ਇਹ ਜਦ ਤੋਂ ਪਿਛਲੇ ਘੱਟੋ ਘੱਟ 12-13 ਸਾਲਾਂ ਦੀ ਰੁਟੀਨ ਆ। 12-13 ਸਾਲ ਤੋਂ ਲਗਾਤਾਰ ਆ ਰਿਹਾ? ਹਾਂਜੀ, ਇਸ ਜਗ੍ਹਾ ਤੇ 9 ਸਾਲਾਂ ਤੋਂ ਆ ਰਿਹਾ ਮੈਂ, 9.5 ਸਾਲਾਂ ਤੋਂ। ਐਮਐਲਏ ਸਾਹਿਬ, ਹੁਣ ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਕਿਉਂਕਿ ਅਸੀਂ ਤੁਹਾਡੇ ਹਲਕੇ ਦਾ ਵੀ ਦੇਖਣਾ ਕਿ 5 ਸਾਲ 'ਚ ਲਖਵੀਰ ਸਿੰਘ ਲੱਖਾ ਨੇ ਕੀਤਾ ਕੀ ਹੈ, ਸਿਰਫ ਮੱਥੇ ਨਹੀਂ ਟੇਕੇ ਜਗ੍ਹਾ ਜਗ੍ਹਾ ਤੇ। ਮੈਂ ਆਪਣੇ ਹਲਕੇ ਅੰਦਰ ਪਿਛਲੇ 40-50 ਸਾਲਾਂ ਦੀ ਜਿਹੜੀਆਂ ਲੋਕਾਂ ਦੀ ਡਿਮਾਂਡ ਸੀ ਉਹ ਪੂਰੀਆਂ ਕੀਤੀਆਂ। ਜਿਸ ਤਰ੍ਹਾਂ ਦਰਾਹੇ ਸ਼ਹਿਰ 'ਚ ਸਾਡੀ 30,000 ਦੀ ਆਬਾਦੀ ਆ, 20,000 ਵੋਟ ਆ, ਉੱਥੇ ਹਸਪੀਟਲ ਨਹੀਂ ਸੀ ਸਰਕਾਰੀ, ਉਹਦੀ ਬਿਲਡਿੰਗ ਬਣ ਰਹੀ ਆ। ਪੰਜਾਬ ਸਰਕਾਰ ਨੇ ਅਨਾਉਂਸ ਕੀਤੀ, ਬਿਲਡਿੰਗ ਦੀ 2 ਮੰਜ਼ਲੀ ਵਧੀਆ ਬਣ ਰਹੀ ਆ। ਤੇ ਪੈਲ ਹਲਕੇ ਅੰਦਰ ਜਿਹੜੇ ਥਾਣੇ ਸੀ ਉਹ ਪੁਰਾਣੇ ਸੀ, ਇੱਕ ਦੀ ਨਵੀਂ ਬਿਲਡਿੰਗ ਬਣ ਕੇ ਮਲੌਦ 'ਚ ਲੋਕਾਂ ਨੂੰ ਸਪੁਰਦ ਕਰਤੀ, ਦੂਸਰੀ ਦੀ ਬਿਲਡਿੰਗ ਦਾ ਕੰਮ ਚੱਲ ਰਿਹਾ ਦਰਾਹੇ 'ਚ। ਪੈਲ ਸ਼ਹਿਰ 'ਚ ਅਸੀਂ ਘੱਟੋ ਘੱਟ ਜਿੱਦਾਂ ਮੈਂ ਐਮਐਲਏ ਬਣਿਆ, ਪੰਜਾਬ ਸਰਕਾਰ ਬਣੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਿੱਚ 5 ਕਰੋੜ ਰੁਪਏ ਦੇ ਕਰੀਬ ਪੈਲ ਸ਼ਹਿਰ ਦੀਆਂ ਹਰ ਉਹ ਗਲੀਆਂ ਨਾਲੀਆਂ ਉਹ ਬਣਾਤੀਆਂ ਜਿਹੜੀਆਂ ਕਦੇ ਕਿਸੇ ਨੇ ਪੁੱਛੀਆਂ ਤੱਕ ਨਹੀਂ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਅਸੀਂ ਇੰਡੀਆ ਨੂੰ ਡਿਜੀਟਲ ਕਰਨਾ, ਪਰ ਅਜੇ ਤੱਕ ਐਮਐਲਏ ਦੇ ਲਈ ਇਹੀ ਵੱਡੀ ਉਪਲਬਧੀ ਆ ਕਿ ਅਸੀਂ ਗਲੀਆਂ ਨਾਲੀਆਂ ਬਣਾਤੀਆਂ। ਤੋ ਰੁਝਾਨ ਲੋਕਾਂ ਦਾ ਚੇਂਜ ਹੁੰਦਾ ਰਹਿੰਦਾ। ਡਿਜੀਟਲ ਵੀ ਇਸ ਦਿਨ ਗੱਲ ਨੂੰ ਕਿਹਾ ਜਾਂਦਾ ਕਿ ਜਦੋਂ ਪਹਿਲਾਂ ਲਾਲ ਇੱਟ ਨਾਲ ਬਣਦੀ ਸੀ, ਫਿਰ ਆਰਸੀ ਬਣਨ ਲੱਗੀ, ਹੁਣ ਟਾਈਲਾਂ ਦੀ ਟੈਕਨੋਲੋਜੀ ਆ ਗਈ। ਇਸ ਕਰਕੇ ਟੈਕਨੋਲੋਜੀ ਜਿਉਂ ਇੰਡੀਆ ਨੂੰ ਮਿਲਦੀ ਆ ਉਵੇਂ ਸਾਡੇ ਪਿੰਡਾਂ ਦੀ ਤਰੱਕੀ ਹੁੰਦੀ ਹੈ। ਤੁਸੀਂ ਦਲਿਤ ਭਾਈਚਾਰੇ ਤੋਂ ਆਉਂਦੇ ਹੋ, ਬੀਜੇਪੀ ਕਹਿੰਦੀ ਕਿ ਅਸੀਂ ਦਲਿਤ ਮੁੱਖ ਮੰਤਰੀ ਦੇਵਾਂਗੇ। ਤੁਹਾਨੂੰ ਲੱਗਦਾ ਕਿ ਦਲਿਤਾਂ ਦੇ ਲਈ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਨੁਮਾਇੰਦਗੀ ਵੱਧ ਰਹੀ ਹੈ? ਇਹ ਕਾਂਗਰਸ ਪਾਰਟੀ ਇਹ ਕੋਈ ਇਹ ਤੇ ਰਾਜਨੀਤੀ ਨਹੀਂ ਕਰਨਾ ਚਾਹੁੰਦੀ, ਕਿਉਂਕਿ ਇਹਨਾਂ ਦੀ ਜ਼ਮੀਨ ਖੁੱਸ ਚੁੱਕੀ ਆ। ਅਕਾਲੀ ਦਲ ਡਿਪਟੀ ਸੀਐਮ ਕਿਉਂ ਕਹਿੰਦਾ, ਸੀਐਮ ਕਿਉਂ ਨਹੀਂ ਕਹਿ ਸਕਦਾ ਵੀ ਸੀਐਮ ਬਣਾਵਾਂਗੇ ਅਕਾਲੀ ਦਲ ਵਾਲੇ, ਵੀ ਦਲਿਤ ਨੂੰ ਕਿਉਂ ਦਲਿਤ ਸੀਐਮ ਨਹੀਂ ਬਣ ਸਕਦਾ? ਜਾਂ ਬੀਜੇਪੀ ਵਾਲੇ ਹੁਣ ਕਿਉਂ ਕਹਿੰਦੇ ਨੇ ਵੀ ਅਸੀਂ ਸੀਐਮ ਬਣਾਵਾਂਗੇ? ਸੈਂਟਰ ਦੀ ਗਵਰਨਮੈਂਟ ਵਿੱਚ ਸਿਰਫ ਇੱਕ ਕੈਬਨਿਟ ਮਿਨਿਸਟਰ ਥਾਵਰ ਗੱਲ ਹੋ ਤਾਂ ਜਿਹੜਾ ਇੱਕ ਕੈਬਨਿਟ ਮੰਤਰੀ ਉਹਨਾਂ ਦੀ ਵਜ਼ੀਰੀ ਦੇ ਵਿੱਚ ਐਸੀ, ਜਦ ਕਿ ਦੇਸ਼ ਦੀ 33% ਰਿਜ਼ਰਵੇਸ਼ਨ ਆ, ਉੱਥੇ ਉਹਨਾਂ ਨਾਲ ਇਨਸਾਫ ਨਹੀਂ ਹੋ ਰਿਹਾ। ਇਸ ਕਰਕੇ ਇਹ ਰਾਜਨੀਤਿਕ ਚਾਲ ਆ। ਰਾਜਨੀਤਿਕ ਚਾਲ ਨੂੰ ਸਭ ਲੋਕ ਸਮਝਦੇ ਨੇ। ਕਾਂਗਰਸ ਪਾਰਟੀ ਸੈਕੂਲਰ ਸੋਚ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਾਲੀ। ਪਰ ਇਹ ਵੀ ਗੱਲ ਹੈ, ਯਾਨੀ ਜੈਲ ਸਿੰਘ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਕੋਈ ਦਲਿਤ ਵੱਡਾ ਲੀਡਰ ਹੋਇਆ ਹੀ ਨਹੀਂ। ਇਹ ਵੀ ਇੱਕ ਪੰਜਾਬ ਦੀ ਤਰਾਸਦੀ ਹੈਗੀ ਆ। ਪੰਜਾਬ ਦੇ ਵਿੱਚ ਅਕਾਲੀ ਜਾਂ ਨੇ ਰਾਜ ਕੀਤਾ ਜਾਂ ਕਾਂਗਰਸ ਨੇ ਰਾਜ ਕੀਤਾ। ਜੇ ਅਕਾਲੀਆਂ ਨੇ ਦਲਿਤਾਂ ਨੂੰ ਉਨੀ ਪੋਲੀਟੀਕਲ ਰਿਪਰੈਜ਼ੈਂਟੇਸ਼ਨ ਨਹੀਂ ਦਿੱਤੀ ਤੇ ਦਿੱਤੀ ਕਾਂਗਰਸ ਨੇ ਵੀ ਨਹੀਂ ਆ ਪੰਜਾਬ ਦੇ ਵਿੱਚ। ਜੈਲ ਸਿੰਘ ਤੋਂ ਬਾਅਦ ਪੰਜਾਬ ਦੇ ਵਿੱਚ ਸਟੇਟ ਲੈਵਲ ਦਾ ਕੋਈ ਵੱਡਾ ਦਲਿਤ ਚਿਹਰਾ ਬਣ ਹੀ ਨਹੀਂ ਪਾਇਆ, ਕਾਂਗਰਸ ਨੇ ਵੀ ਨਹੀਂ ਦਿੱਤਾ। ਤੁਹਾਨੂੰ ਨਹੀਂ ਲੱਗਦਾ ਕਿ ਇਹ ਕਾਂਗਰਸ ਦੀ ਵੀ ਨਾਇਨਸਾਫੀ ਕਿਤੇ ਨਾ ਕਿਤੇ ਹੈਗੀ ਹੈ? ਦੂਸਰੀ ਚੀਜ਼ ਇਹ ਕਿ ਹੁਣ ਜਦੋਂ ਕੈਪਟਨ ਸਰਕਾਰ ਦੀ ਕੈਬਨਿਟ ਬਣੀ ਹੈ ਤੇ ਉਸ ਦੇ ਵਿੱਚ ਵੀ ਨਾਰਾਜ਼ਗੀ ਦਲਿਤ ਵਰਗ ਦੀ, ਓਬੀਸੀ ਵਰਗ ਦੀ ਕਿਤੇ ਹੈਗੀ ਹੈ ਕਿ ਸਾਨੂੰ ਪੂਰੀ ਨੁਮਾਇੰਦਗੀ ਨਹੀਂ ਦਿੱਤੀ ਗਈ, ਕੈਬਨਿਟ 'ਚ ਉਹਨਾਂ ਸਥਾਨ ਮਿਲਿਆ ਨਹੀਂ। ਦੇਖੋ, ਕਿਤੇ ਨਾ ਕਿਤੇ ਜ਼ਰੂਰ ਕੋਈ ਨਾ ਕੋਈ ਫਾਲਟ ਆ ਜਾਂਦਾ, ਪਰ ਮੈਨੂੰ ਲੱਗਦਾ ਕਾਂਗਰਸ ਪਾਰਟੀ ਨਹੀਂ ਦਲਿਤਾਂ ਨਾਲ ਐਂ ਕਰਦੀ। ਕਾਂਗਰਸ ਪਾਰਟੀ ਹਮੇਸ਼ਾ ਦਲਿਤਾਂ ਦੀ ਰਹਿਨਮਾਈ ਕੀਤੀ ਹੈ ਤੇ ਦਲਿਤਾਂ ਨੇ ਵੀ ਕਾਂਗਰਸ ਪਾਰਟੀ ਦਾ ਪੂਰਾ ਸਾਥ ਦਿੱਤਾ। ਇਹ ਵਾਲੀ ਉਹ ਹੈਗੀ ਹੈ ਰਾਵਣ ਦੀ ਮੂਰਤੀ ਜਿਹੜੀ ਤੁਸੀਂ ਕਹਿ ਰਹੇ ਸੀ। ਮੈਂ ਤੁਹਾਨੂੰ ਜਿਹੜਾ ਦੱਸ ਰਿਹਾ ਸੀ ਪੈਲ ਦਾ ਇਤਿਹਾਸ, ਕਿ ਰਾਵਣ ਦੀ ਮੂਰਤੀ ਜਿਹੜੀ ਇਹ ਵੀ ਮੈਨੂੰ ਥੋੜ੍ਹੇ ਦਿਨ ਪਹਿਲਾਂ ਪਤਾ ਲੱਗਿਆ, ਕਿਉਂਕਿ ਇੱਕ ਦੂਬੇ ਫੈਮਿਲੀ ਪੈਲ 'ਚ ਹੁੰਦੀ ਸੀ, ਉਹਨਾਂ ਦੇ ਔਲਾਦ ਨਹੀਂ ਸੀ ਹੁੰਦੀ। ਉਹਨਾਂ ਨੂੰ ਕਿਸੇ ਮਹਾਂਪੁਰਸ਼ਾਂ ਨੇ ਕਿਹਾ ਵੀ ਤੁਸੀਂ ਇੱਥੇ ਰਾਮ ਮੰਦਿਰ ਦਾ ਨਿਰਮਾਣ ਕਰੋ ਤੇ ਰਾਵਣ ਦੀ ਪੱਕੀ ਮੂਰਤੀ ਲਾਓ। 175 ਸਾਲ ਪੁਰਾਣਾ ਇਤਿਹਾਸ ਆ। ਇਹੀ ਤੁਹਾਨੂੰ ਮੈਂ ਦਿਖਾ ਰਿਹਾ ਸੀ, ਰਾਵਣ ਦੀ ਮੂਰਤੀ ਪੈਲ 'ਚ ਮਿਲਦੀ, ਹੋਰ ਕਿਤੇ ਮੈਨੂੰ ਲੱਗਦਾ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਦਲਿਤ ਪੋਲਿਟਿਕਸ ਨੂੰ ਲੈ ਕੇ
ਜਿਹੜਾ ਹੁਣ ਇੱਕ ਇਹ ਵੀ ਚਰਚਾ ਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੀਐਸਪੀ ਦਾ ਅਲਾਈਅੰਸ ਹੋ ਰਿਹਾ ਪੰਜਾਬ ਦੇ ਵਿੱਚ, ਤੁਹਾਡੇ ਵਰਗੇ ਲੀਡਰਾਂ ਦੇ ਲਈ ਚੁਣੌਤੀਆਂ ਨਵੀਆਂ ਖੜੀਆਂ ਹੋਣਗੀਆਂ? ਨਹੀਂ ਦੇਖੋ, ਜਿਹੜਾ ਬਹੁਜਨ ਸਮਾਜ ਪਾਰਟੀ ਦਾ ਆਧਾਰ ਆ ਪੰਜਾਬ 'ਚ ਬਿਲਕੁਲ ਖਤਮ ਹੋ ਚੁੱਕਿਆ। ਸ਼੍ਰੋਮਣੀ ਅਕਾਲੀ ਦਲ ਆਪਣੀ ਜ਼ਮੀਨ ਤਰਾਸ਼ ਕਰ ਰਹੀ ਹੈ ਰਾਜਨੀਤਿਕ, ਉਹਨਾਂ ਨੂੰ ਬੀਜੇਪੀ ਨਾਲ ਟੁੱਟਣ ਦਾ ਇੰਨਾ ਗਾਮਾ ਵੀ ਉਹ ਕਿਸੇ ਨਾ ਕਿਸੇ ਹੱਥ ਪੱਲਾ ਮਾਰ ਰਹੀ ਹੈ ਵੀ ਸਾਡਾ ਕਿਸੇ ਨਾ ਕਿਸੇ ਪਾਰਟੀ ਨਾਲ ਕੋਈ ਅਲਾਈਅੰਸ ਹੋਵੇ, ਸਾਨੂੰ 1000-2000 ਵੋਟ ਦਾ ਕਿਤੋਂ ਫਾਇਦਾ। ਪਰ ਉਹਨਾਂ ਦੀਆਂ ਇਹ ਕਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ। ਕਾਂਗਰਸ ਪਾਰਟੀ ਨੂੰ ਕੋਈ ਫਿਕਰ ਨਹੀਂ, ਜਿੰਨਾ ਮਰਜ਼ੀ ਉਹ ਆਪਣਾ ਅਕਾਲੀ ਦਲ ਨਾਲ ਬੀਐਸਪੀ ਦਾ ਸਮਝੌਤਾ ਹੋਏ, ਕਾਂਗਰਸ ਪਾਰਟੀ ਨਰੋਲ ਆਪਣੇ ਦਮ ਤੇ ਚੁਣ ਲਓ। ਚਲਿਏ ਹੁਣ ਅਸੀਂ ਲੱਖਾ ਜੀ, ਫੈਮਿਲੀ ਦੇ ਨਾਲ ਇਦਾਂ ਸਮਾਂ ਬਿਤਾਉਣ ਦਾ ਕਿੰਨਾ ਕੁ ਸਮਾਂ ਮਿਲਦਾ? ਕਿਉਂਕਿ ਆਮ ਤੌਰ ਤੇ ਨਾ ਲੀਡਰ ਦੀ ਲਾਈਫ ਜ਼ਿਆਦਾ ਬਿਜ਼ੀ ਹੁੰਦੀ ਹੈ, ਕਿਉਂਕਿ ਇਲੈਕਸ਼ਨ ਫੇਰ ਆ ਗਏ। ਬਹੁਤ ਘੱਟ ਸਮਾਂ ਮਿਲਦਾ ਫੈਮਿਲੀ ਨਾਲ ਬਿਤਾਉਣ ਦਾ। ਬੈਕਗਰਾਉਂਡ ਜਿਨ੍ਹਾਂ ਦੀ ਪੋਲੀਟੀਕਲ ਨਹੀਂ ਪਰਿਵਾਰਾਂ ਦੀ, ਉਹਨਾਂ ਨੂੰ ਆਪਣੇ ਪਰਿਵਾਰ ਨੂੰ ਛੱਡ ਕੇ ਹਲਕੇ 'ਚ ਆਪਣੀ ਰਾਜਨੀਤੀ ਨੂੰ ਕਾਇਮ ਕਰਨ ਲਈ ਬਹੁਤ ਸਟਰਗਲ ਕਰਨਾ ਪੈਂਦਾ, ਜਿਹਦੇ ਵਿੱਚ ਮੈਨੂੰ ਮੇਰੇ ਬਚਪਨ ਤੋਂ ਲੈ ਕੇ ਜਦ ਮੈਂ 3 ਸਾਲ ਦਾ ਸੀ ਮੇਰੇ ਫਾਦਰ ਦੀ ਡੈਥ ਹੋ ਗਈ ਸੀ। ਮੈਨੂੰ ਪਤਾ ਨਹੀਂ ਕਿਵੇਂ ਬਣਿਆ, ਕਿਵੇਂ ਬੜੇ ਹੋਏ, ਕਿਵੇਂ ਤਾਂ ਬੜਾ ਯਾਨੀ ਸਟਰਗਲ ਰਿਹਾ। ਮੇਰੀ ਮਾਤਾ ਜੀ ਦਾ ਵੀ, ਮੇਰੇ ਫਾਦਰ FCI 'ਚ ਨੌਕਰੀ ਕਰਦੇ, ਜੌਬ ਕਰਦੇ ਸੀ, ਉਹਨਾਂ ਦੀ 79 'ਚ ਡੈਥ ਹੋ ਗਈ ਸੀ। ਮੇਰੇ ਮਾਤਾ ਜੀ ਅਨਪੜ੍ਹ ਸੀ, ਸਾਨੂੰ ਕੋਈ ਰੁਜ਼ਗਾਰ ਦਾ ਸਾਧਨ ਨਹੀਂ ਮਿਲਿਆ। 1.5 ਸਾਲ ਮੇਰੀ ਮਾਤਾ ਜੀ ਨੇ ਆਪ ਹੈਂਡ ਟੂ ਮਾਊਥ, ਕਦੇ ਕਿਸੇ ਮਜ਼ਦੂਰੀ ਕਰਨੀ, ਕਿਸੇ ਦੇ ਖੇਤ 'ਚ ਮਜ਼ਦੂਰੀ ਕਰਨੀ, ਜਾਂ ਅਸੀਂ ਛੋਟੇ ਸੀ ਸਾਨੂੰ ਪਤਾ ਸੀ ਵੀ ਰੋਟੀ ਦੇਣੀ ਆ। ਤਾਂ 1981 ਦੇ ਵਿੱਚ ਮੇਰੇ ਮਾਤਾ ਜੀ ਨੂੰ ਸਰਕਾਰੀ ਕਲਾਸ 4 ਦੀ ਫੂਡ ਕਾਰਪੋਰੇਸ਼ਨ ਆਫ ਇੰਡੀਆ 'ਚ ਜੌਬ ਮਿਲੀ। ਉਸ ਤੋਂ ਬਾਅਦ ਮੇਰੇ ਬ੍ਰਦਰ ਸੀ ਵੱਡੇ, ਸਵਰਗੀ ਹਰਮੰਗਤ ਸਿੰਘ ਜੀ, ਉਹਨਾਂ ਦੀ ਵੀ ਡੈਥ ਹੋ ਚੁੱਕੀ 1993 ਵਿੱਚ। ਅਸੀਂ ਮਜ਼ਦੂਰੀ ਵੀ ਕੀਤੀ ਆ, ਦਿਹਾੜੀ ਵੀ ਜਾਂਦੇ ਰਹੇ ਹਾਂ। ਮੈਂ ਆਪਣੀ ਮਦਰ ਨਾਲ ਨਰਮੇ ਕਪਾਹਾਂ ਵੀ ਚੁਣੀਆਂ, ਕਣਕ ਵੀ ਵੱਢੀ, ਅਤੇ ਕਣਕ 'ਚੋਂ ਬੱਲੀਆਂ ਜਿਹੜੀਆਂ ਬੱਲੀ ਹੁੰਦੀ ਉਹ ਵੀ ਚੁਗਦਾ ਰਿਹਾ। ਮੈਨੂੰ ਚੰਗੀ ਤਰ੍ਹਾਂ ਯਾਦ ਆ ਵੀ ਅਸੀਂ ਬਹੁਤ ਆਪਣੀ ਲਾਈਫ 'ਚ ਸਟਰਗਲ ਕੀਤਾ, ਥੱਲੇ ਤੋਂ ਲੈ ਕੇ ਉੱਪਰ ਤੱਕ। ਸਟਰਗਲ ਨਿਕਲ ਗਈ ਹੈ ਨਾ, ਗਰੀਬੀ ਤੋਂ ਸਟੱਡੀ ਤੱਕ ਆ ਗਏ, ਕਾਲਜ ਤੱਕ ਆ ਗਏ, ਅਤੇ ਪੋਲੀਟਿਕਸ 'ਚ ਕਿਵੇਂ ਇੰਟਰਸਟ ਬਣ ਗਿਆ ਵੀ ਪੋਲੀਟਿਕਸ 'ਚ ਜਾਣਾ? ਕਿਉਂਕਿ ਇਹ ਵੀ ਕਿਹਾ ਜਾਂਦਾ ਕਿ ਲਖਵੀਰ ਲੱਖਾ ਅਤੇ ਜਿਹੜਾ ਬੇਅੰਤ ਸਿੰਘ ਪਰਿਵਾਰ ਦਾ ਜਿਹੜਾ ਹੱਥ ਹੈਗਾ ਉਹਨੇ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਪੌੜੀਆਂ ਚੜ੍ਹਨ 'ਚ ਜ਼ਿਆਦਾ ਮਦਦ ਕੀਤੀ। ਬਿਲਕੁਲ, ਸਰਦਾਰ ਬੇਅੰਤ ਸਿੰਘ ਜੀ ਦੀ ਫੈਮਿਲੀ ਦਾ, ਤੇਜ ਪ੍ਰਕਾਸ਼ ਸਿੰਘ ਜੀ ਦਾ ਕੈਪਟਨ ਮਿਨਿਸਟਰ ਸੀ ਉਸ ਸਮੇਂ, ਗੁਰਕੀਰਤ ਸਿੰਘ ਦਾ, ਰਵਨੀਤ ਸਿੰਘ ਬਿੱਟੂ ਦਾ, ਉਹਨਾਂ ਦੇ ਪਰਿਵਾਰ ਦਾ ਪੂਰਾ ਯੋਗਦਾਨ ਆ ਮੈਨੂੰ ਰਾਜਨੀਤੀ 'ਚ ਲਿਆਉਣ 'ਚ। ਅਤੇ ਜਿਹੜੇ ਸਾਡੇ ਇਲਾਕੇ ਦੇ ਲੋਕ ਨੇ ਉਹ ਬੜੇ ਸੈਂਸਿਟਿਵ ਅਤੇ ਬੜੇ ਵਧੀਆ ਇਮੋਸ਼ਨਲ ਟੱਚ ਹੋ ਜਾਂਦੇ ਨੇ। ਉਹ ਮੈਨੂੰ ਜਦ ਤੋਂ ਹੀ ਕਹਿਣ ਲੱਗ ਗਏ ਜੀ ਵੀ ਜੇ ਪੈਲ ਕਦੇ ਰਿਜ਼ਰਵ ਹੋਈ ਤਾਂ ਤੂੰ MLA ਬਣੇਗਾ। ਉਹ ਮੈਨੂੰ ਅੱਜ ਵੀ ਜ਼ਿਆਦਾ ਰਾੜੇ ਪਿੰਡ ਦੇ ਲੋਕ ਸੀ ਜਿਹੜੇ ਮੈਨੂੰ ਆ ਕੇ ਕਹਿੰਦੇ ਸੀ, ਅਤੇ ਇਲਾਕੇ ਦੇ ਹੋਰ ਲੋਕ ਵੀ ਕਹਿੰਦੇ ਸੀ, ਅਤੇ ਉਹ ਅੱਜ ਗੱਲ ਸੱਚ ਹੋਈ ਆ। ਯੂਥ ਕਾਂਗਰਸ ਦਾ ਪੰਜਾਬ 'ਚ ਪਹਿਲੀ ਵਾਰ ਜਦੋਂ ਸੰਗਠਨ ਦਾ ਚੋਣ ਹੋਇਆ, ਉਹਦੇ ਵਿੱਚ ਸਰ ਰਵਨੀਤ ਸਿੰਘ ਬਿੱਟੂ ਜਿਹੜੇ ਅੱਜ ਮੈਂਬਰ ਪਾਰਲੀਮੈਂਟ ਨੇ, ਉਹ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਬਣੇ। ਲੁਧਿਆਣਾ ਦਿਹਾਤੀ ਯੂਥ ਕਾਂਗਰਸ ਲਈ SC ਕੋਟੇ ਲਈ ਰਿਜ਼ਰਵ ਕਰਤਾ, ਜਿਹਦੇ ਵਿੱਚ ਮੈਨੂੰ ਯੂਥ ਕਾਂਗਰਸ ਪ੍ਰਧਾਨ ਬਣਨ ਦਾ ਮੌਕਾ ਮਿਲਿਆ ਅਤੇ ਮੈਨੂੰ ਪਾਰਟੀ ਅੰਦਰ ਕੰਮ ਕਰਨ ਦਾ ਮੌਕਾ ਲੱਗਿਆ। ਰੇਤਾ ਬਜਰੀ ਨੂੰ ਲੈ ਕੇ, ਕਾਲ ਬਾਜ਼ਾਰੀ ਨੂੰ ਲੈ ਕੇ ਚੰਡੀਗੜ੍ਹ 'ਚ ਇੱਕ ਐਜੀਟੇਸ਼ਨ ਹੋਇਆ ਬਹੁਤ ਵੱਡਾ, ਜਿਸ ਵਿੱਚ ਸਾਡੇ 'ਤੇ ਡਾਂਗਾਂ ਚੱਲੀਆਂ। ਬਦਕਿਸਮਤੀ ਨਾਲ ਲਾ ਲਓ ਜਾਂ ਮੇਰੇ ਹੌਸਲੇ ਨਾਲ ਲਾ ਲਓ, ਅੱਗੇ ਵਧਣ ਦੀ ਕੋਸ਼ਿਸ਼ ਨਾਲ ਮੇਰੀ ਉੱਥੇ ਬਾਂਹ ਟੁੱਟੀ ਸੀ। ਜਦੋਂ ਬਾਂਹ ਟੁੱਟੀ, ਪ੍ਰੋਟੈਸਟ 'ਚ ਬਾਂਹ ਟੁੱਟੀ, ਉੱਥੇ ਬੜੀ ਬਾਛੜਾਂ ਜਾਂ ਡਾਂਗ ਚੱਲੀ, ਪੁਲਿਸ ਨੇ ਬਹੁਤ ਫੱਟੜ ਹੋ ਜਾ, ਮੈਂ PGI ਐਡਮਿਟ ਵੀ ਹੋਇਆ। ਤਾਂ ਉਸ ਸਮੇਂ ਮੈਂ ਰਾਹੁਲ ਗਾਂਧੀ ਜੀ ਦੀ ਨਿਗਾਹ 'ਚ ਆਇਆ। ਇਹ ਸਬੱਬ ਕਿਵੇਂ ਬਣਿਆ ਕਿ ਰਾਹੁਲ ਗਾਂਧੀ ਨਾਲ ਮੁਲਾਕਾਤ ਹੋ ਗਈ? ਨਜ਼ਰ 'ਚ ਆਉਣਾ ਤੇ ਇੱਕ ਗੁੱਡ ਲੱਕ ਹੋ ਗਿਆ, ਚੰਗੀ ਕਿਸਮਤ ਹੈ ਤੁਹਾਡੀ ਕਿ ਤੁਸੀਂ ਰਾਹੁਲ ਗਾਂਧੀ ਦੀ ਨਜ਼ਰ 'ਚ ਬਹੁਤ ਜਲਦੀ ਆ ਗਏ। ਰਾਹੁਲ ਗਾਂਧੀ ਜੀ ਨੇ ਜਦੋਂ 2012 ਦੀ ਇਲੈਕਸ਼ਨ ਸੀ, ਸਾਨੂੰ 9 ਉਮੀਦਵਾਰਾਂ ਨੂੰ ਉੱਥੇ ਸੱਦਿਆ ਯੂਥ ਕਾਂਗਰਸ ਦੇ ਮਾਧਿਅਮ ਰਾਹੀਂ ਵੀ ਤੁਹਾਡੇ 'ਚੋਂ ਟਿਕਟਾਂ ਦਿੱਤੀਆਂ ਜਾਣਗੀਆਂ, ਪਰ ਸਾਰੇ ਨਾ ਮੰਨਿਓ, ਤੁਹਾਨੂੰ ਸਾਰਿਆਂ ਨੂੰ ਟਿਕਟਾਂ ਮਿਲਣਗੀਆਂ ਅਤੇ ਆਪਣਾ ਕੰਮ ਬਾਖੂਬੀ ਯੂਥ ਕਾਂਗਰਸ ਦੇ ਮਾਧਿਅਮ ਰਾਹੀਂ ਕਰੋ। ਅਤੇ ਅਸੀਂ ਉਹ ਕੰਮ ਕੀਤਾ ਅਤੇ ਮੈਨੂੰ ਖੁਦਕਿਸਮਤੀ ਨਾਲ ਦੁਬਾਰਾ ਫਿਰ 1 ਮਹੀਨੇ ਬਾਅਦ ਕਾਲ ਆਈ ਵੀ ਤੁਹਾਨੂੰ ਦਿੱਲੀ ਬੁਲਾਇਆ ਗਿਆ। ਪਰ ਮੈਂ ਉਹ ਪਲ ਯਾਦ ਨਹੀਂ ਕਰਨਾ ਚਾਹੁੰਦਾ, ਕਿਉਂਕਿ ਮੇਰੇ ਕੋਲ ਸਵਿਫਟ ਕਾਰ ਸੀ ਉਸ ਸਮੇਂ,
ਠੰਡ ਦਾ ਮਹੀਨਾ ਸੀ, ਦਸੰਬਰ ਦਾ ਮੈਨੂੰ ਤਕਰੀਬਨ ਯਾਦ ਆ, 14-15 ਦਸੰਬਰ ਦਾ ਦਿਨ ਸੀ 2011 ਦਾ। ਸ਼ਾਮ ਨੂੰ ਮੈਂ ਉਰੋਂ ਚੱਲਿਆ ਕਰਨਾਲ ਕੋਲ, ਬਹੁਤ ਜ਼ਿਆਦਾ ਧੁੰਦ ਪੈ ਗਈ ਸੀ, ਬਹੁਤ ਜ਼ਿਆਦਾ ਧੁੰਦ, ਕੁਛ ਨਹੀਂ ਸੀ ਦਿਖਦਾ। ਤਾਂ ਉੱਥੇ ਮੈਂ ਕਿਸੇ ਰੈਸਟ ਹਾਊਸ 'ਚ ਠਹਿਰਿਆ। ਦੂਏ ਦਿਨ ਸਵੇਰੇ ਸਾਡੇ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਇੰਚਾਰਜ ਵਿਕਾਸ ਉਪਾਧਿਆਏ ਜੀ ਦਾ ਮੈਨੂੰ ਫੋਨ ਆਇਆ ਵੀ 10 ਵਜੇ ਰਾਹੁਲ ਗਾਂਧੀ ਜੀ ਨੂੰ ਮਿਲਣਾ, ਤੂੰ ਜਿਵੇਂ ਮਰਜ਼ੀ ਪਹੁੰਚ। ਸੋ ਮੇਰੇ ਨਾਲ ਮੇਰਾ ਸਾਥੀ ਸੀ ਇੱਕ, ਅਸੀਂ ਗੱਡੀ ਚਲਾਈ ਤਾਂ ਸੋਨੀਪਤ ਕੋਲ ਜਾ ਕੇ ਮੇਰਾ ਜ਼ਬਰਦਸਤ ਐਕਸੀਡੈਂਟ ਹੋਇਆ। ਉਹਦੇ 'ਚ ਮੇਰੀ ਗੱਡੀ ਜਾ ਕੇ ਟਰੱਕ 'ਚ ਲੱਗੀ, ਪਿੱਛੋਂ ਇਨੋਵਾ ਗੱਡੀ ਆ ਕੇ ਲੱਗੀ, ਤਾਂ ਮੇਰੀ ਗੱਡੀ ਡੈਮੇਜ ਹੋ ਗਈ। ਗੁਰੂ ਮਹਾਰਾਜ ਦੀ ਕਿਰਪਾ ਨਾਲ, ਭੋਲੇ ਸ਼ੰਕਰ ਦੀ ਕਿਰਪਾ ਨਾਲ ਮੈਂ ਬਚ ਗਿਆ ਤੇ ਮੇਰੇ ਦੋਸਤ ਨੂੰ ਵੀ ਕੋਈ ਆਂਚ ਤੱਕ ਨਹੀਂ ਆਈ। ਅੱਛਾ। ਮੈਂ ਉੱਥੇ ਖੜ ਕੇ ਉਹਨਾਂ ਨੂੰ ਫੋਨ ਕੀਤਾ ਵੀ ਮੇਰੇ ਨਾਲ ਤਾਂ ਸਾਰਾ ਹੋ ਗਿਆ, ਮੈਂ ਨਹੀਂ ਟਾਈਮ ਸਿਰ ਉਹ ਕਹਿੰਦਾ ਜਿਵੇਂ ਮਰਜ਼ੀ ਆ, ਤੇਰੀ ਲਾਈਫ ਦਾ ਸਵਾਲ ਆ, ਰਾਹੁਲ ਗਾਂਧੀ ਨੇ ਅੱਜ ਟਿਕਟਾਂ ਓਕੇ ਕਰਨੀਆਂ ਨੇ। ਤਾਂ ਮੈਂ ਐਕਸੀਡੈਂਟ ਤੋਂ ਬਾਅਦ ਵੀ ਪਹੁੰਚੋ ਜਿਸ ਤਰ੍ਹਾਂ? ਹਾਂਜੀ, ਜਿਸ ਤਰ੍ਹਾਂ ਮਰਜ਼ੀ ਪਹੁੰਚੋ। ਫਿਰ ਮੈਂ ਬੱਸ ਚੜ੍ਹ ਕੇ ਉੱਥੋਂ ਬੱਸ ਸਟੈਂਡ ਤੱਕ ਗਿਆ ਦਿੱਲੀ ਦੇ। ਉੱਥੋਂ ਇੱਕ ਆਟੋ ਕੀਤਾ, ਮੈਂ ਇਕੱਲਾ ਕਿਤੇ ਦਿੱਲੀ ਨਹੀਂ ਸੀ ਗਿਆ। ਉੱਥੋਂ ਆਟੋ 'ਚ ਬੈਠਿਆ ਤਾਂ ਮੈਨੂੰ ਰਾਈਸੀਨਾ ਰੋਡ ਤੇ ਲਾਤਾ ਜਾ ਕੇ। ਉੱਥੇ ਫਿਰ ਕੁਦਰਤੀ ਇੱਕ ਗੱਲ ਵਾਪਰੀ, ਉਹ ਕਹਿੰਦੇ ਰਾਹੁਲ ਜੀ ਦਾ ਟਾਈਮ ਸ਼ਾਮ ਦਾ 5 ਵਜੇ ਦਾ ਹੋ ਗਿਆ। ਮੈਂ ਆਪਣੇ ਮੱਥੇ ਤੇ ਹੱਥ ਮਾਰਿਆ ਵੀ ਦੇਖੋ ਕੁਦਰਤ ਕਿਸ ਤਰ੍ਹਾਂ ਘੁਮਾਉਂਦੀ ਆ, ਕਿ ਉੱਥੋਂ ਮੌਤ ਤੋਂ ਬਚੇ, ਇੱਥੇ ਟਾਈਮ ਚੇਂਜ ਹੋ ਗਿਆ, ਟਿਕਟ ਮਿਲੀ ਜਾ ਕੇ। ਉਸ ਤੋਂ ਬਾਅਦ ਸਾਡੀ ਸ਼ਾਮ ਨੂੰ ਮੀਟਿੰਗ ਹੋਈ। ਰਾਹੁਲ ਗਾਂਧੀ ਜੀ ਨੇ ਕਹਿਤਾ ਵੀ ਤੁਹਾਨੂੰ ਮੈਸੇਜ ਲੱਗ ਜੂ। ਸੋ ਮੈਨੂੰ ਦੂਏ ਦਿਨ ਮੈਸੇਜ ਆ ਗਿਆ ਰਵਨੀਤ ਸਿੰਘ ਬਿੱਟੂ ਦਾ ਵੀ ਤੇਰੀ ਟਿਕਟ ਕਲੀਅਰ ਹੋ ਗਈ, ਰਾਹੁਲ ਗਾਂਧੀ ਜੀ ਦਾ ਥੈਂਕਸ ਕਰਦੇ। ਚਲੋ ਜਦੋਂ ਮੈਂ ਉੱਥੋਂ ਰਾਤ ਨੂੰ ਲੇਟ ਵਾਪਸ ਆਇਆ, ਆ ਕੇ ਸਾਡੇ ਸ਼ਹਿਰ ਦੇ ਲੋਕਾਂ ਨੇ ਮੇਰਾ ਸਵਾਗਤ ਕੀਤਾ, ਬੜਾ ਜਾਣੀ ਕੰਮ ਕੀਤਾ। ਮੇਰੀ ਵਾਈਫ ਨੇ 2012 ਦੀ ਇਲੈਕਸ਼ਨ 'ਚ 45 ਪਿੰਡ ਡੋਰ ਟੂ ਡੋਰ ਕੀਤੇ, 109 ਪਿੰਡ। ਇਹ ਉਹਨਾਂ ਨੂੰ ਪੁੱਛ ਲੈਂਦੇ ਆ ਕਿ ਜਦੋਂ ਤੁਹਾਨੂੰ ਫੋਨ ਆਇਆ ਟਿਕਟ ਮਿਲ ਗਈ, ਕੀ ਮਾਹੌਲ ਸੀਗਾ ਉਸ ਸਮੇਂ? ਬਹੁਤ ਖੁਸ਼ੀ ਦਾ ਮਾਹੌਲ ਸੀਗਾ। ਤੁਸੀਂ ਕੈਂਪੇਨਿੰਗ ਬਹੁਤ ਕੀਤੀ ਇੱਥੇ? ਹਾਂਜੀ। ਮੇਰੀ ਬੇਟੀ 1.5 ਸਾਲ ਦੀ ਸੀ ਜਦੋਂ, ਇਹਨੂੰ ਮੈਂ ਨਾਲ ਲੈ ਕੇ ਜਾਂਦੀ ਸੀ। 45-48 ਪਿੰਡ ਕੱਢੇ ਸੀ ਮੈਂ ਡੋਰ ਟੂ ਡੋਰ। ਹਾਂਜੀ। ਇਹ ਕਿਵੇਂ ਦਾ ਐਕਸਪੀਰੀਅੰਸ ਰਿਹਾ ਆ ਕੇ ਵੀ ਇੱਕ ਲੀਡਰ ਦੇ ਨਾਲ ਮੈਰਿਜ ਹੋ ਜਾਣੀ, ਫਿਰ ਸਿੱਧਾ ਪ੍ਰਚਾਰ ਕਰਨ ਲੱਗ ਜਾਣਾ? ਜਦੋਂ ਮੈਰਿਜ ਹੋਈ ਆ ਉਦੋਂ ਕੱਚੇ ਪੀਏ ਲੱਗੇ ਹੋਏ ਸੀਗੇ ਤੇ ਹੌਲੀ ਹੌਲੀ ਇਹਨਾਂ ਦੇ ਅਕੋਰਡਿੰਗ ਚੱਲਦੇ ਗਏ ਤੇ ਬਹੁਤ ਹਾਰਡ ਵਰਕ ਕੀਤਾ ਇਹਨਾਂ ਨੇ। ਪਰ ਇਹ ਵੀ ਆ, ਫੈਮਿਲੀ ਦੀ ਸਪੋਰਟ ਬੜੀ ਜ਼ਰੂਰੀ ਹੁੰਦੀ ਨਾ ਕਿਸੇ ਵੀ, ਜੇ ਲੀਡਰ ਦੀ ਫੈਮਿਲੀ ਦੀ ਸਪੋਰਟ ਨਹੀਂ ਹੈਗੀ। ਸਾਰਾ ਦਿਨ ਸਾਰੀ ਰਾਤ ਮੈਂ ਵੀ ਬੈਠੀ ਗੇਮ ਖੇਡੀ ਜਾਂਦੀ ਸੀ ਟੀਵੀ ਤੇ, ਜਦੋਂ ਇੰਨਾ ਟਾਈਮ ਲੇਟ ਆਉਂਦੇ ਸੀਗੇ। ਕਈ ਵਾਰ, ਇੱਕ ਵਾਰ ਤਾਂ ਮੈਨੂੰ ਯਾਦ ਆ ਸਵੇਰੇ ਇਹ 3:30 ਪੌਣੇ 4 ਵਜੇ ਆਏ। ਮੈਂ ਗੇਮ ਖੇਡੀ ਗਈ, ਉਹ ਚੱਲਦੀ ਹੁੰਦੀ ਸੀ ਬਲੂਨ ਤੇ ਸਾਰੀ ਰਾਤ ਮੈਂ ਖੇਡੀ ਗਈ। ਮੈਂ ਹੱਸਣ ਲੱਗੀ। ਮੇਰਾ ਬੇਟਾ ਸੀਗਾ ਛੋਟਾ ਜਿਹਾ, ਇਹ 3 ਸਾਲ ਦਾ ਸੀਗਾ। ਮੈਂ ਕਿਹਾ ਤੁਸੀਂ ਹੋਰ ਘੰਟਾ ਮੈਨੂੰ ਪਹਿਲਾਂ ਫੋਨ ਕਰ ਦਿੰਦੇ, ਮੈਂ ਵੀ ਸੌਂਦੀ, ਤੁਸੀਂ ਤਾਂ ਇੰਨੀ ਲੇਟ ਆਉਣੀ ਤੇ ਇੰਨੀ ਲੇਟ ਆਏ। ਇਹ ਵੀ ਸੁਣਨ ਚ ਆਇਆ ਸੀਗਾ ਕਿ ਸ਼ਮਸ਼ੇਰ ਸਿੰਘ ਦੁੱਲੋ ਨੇ ਬੜਾ ਵਿਰੋਧ ਕੀਤਾ ਸੀ ਲੱਖੇ ਨੂੰ ਟਿਕਟ ਦੇਣ ਦਾ। ਬਿਲਕੁਲ ਕੀਤਾ ਸੀ ਜੀ। ਤੁਸੀਂ ਰਾਹੁਲ ਗਾਂਧੀ ਨੂੰ ਇਹ ਗੱਲ ਦੱਸੀ ਕਿ ਸ਼ਮਸ਼ੇਰ ਸਿੰਘ ਦੁੱਲੋ ਮੇਰਾ ਵਿਰੋਧ ਕਰ ਰਹੇ? ਬਿਲਕੁਲ, ਮੈਂ ਰਾਹੁਲ ਗਾਂਧੀ ਜੀ ਨੂੰ ਕਿਹਾ ਵੀ ਸਰਦਾਰ ਸ਼ਮਸ਼ੇਰ ਸਿੰਘ ਦੁੱਲੋ ਆਪਣੇ ਬੇਟੇ ਨੂੰ ਟਿਕਟ ਦਿਵਾਉਣੀ ਚਾਹੁੰਦਾ। ਮੈਂ ਉੱਤੇ ਪਿਛਲੇ 10 ਸਾਲਾਂ ਦਾ ਵਰਕ ਕਰ ਰਿਹਾ। ਪਿਛਲੀ ਵਾਰ 2012 ਚ 634 ਵੋਟਾਂ ਤੇ ਹਾਰਿਆ ਸੀ। ਅੱਜ ਉਹਨਾਂ ਨੇ ਕਿਹਾ ਵੀ ਰਾਹੁਲ ਗਾਂਧੀ ਨੇ ਕੀ ਕਿਹਾ? ਦੋ ਸਾਡੇ ਪੰਜਾਬ ਦੇ ਜਿਹੜੇ ਇੰਚਾਰਜ ਸੀ ਹਰੀਸ਼ ਚੌਧਰੀ ਤੇ ਕੰਪੇਨ ਕਮੇਟੀ ਦੀ ਚੇਅਰਪਰਸਨ ਤੇ ਅੰਬਿਕਾ ਸੋਨੀ ਜੀ, ਉਹਨਾਂ ਨੂੰ ਵੀ ਕਿਹਾ ਵੀ ਦੁੱਲੋ ਸਾਹਿਬ ਨੂੰ ਕਹਿ ਦਿਓ ਵੀ ਪੈਲ 'ਚ ਦਖਲਅੰਦਾਜ਼ੀ ਬੰਦ ਕਰੇ, ਟਿਕਟ ਲਖਵੀਰ ਸਿੰਘ ਲੱਖੇ ਨੂੰ ਦੇਣੀ ਹੈ। ਤਾਂ ਉਹਨਾਂ ਨੇ ਮੈਨੂੰ ਉਸ ਦਿਨ ਤੋਂ ਹੀ ਕਹਿ ਕੇ ਭੇਜਤਾ ਸੀ ਟਿਕਟ ਤੇਰੀ ਹੈ, ਤੂੰ ਕੰਮ ਕਰਨਾ, ਨੋ ਪ੍ਰੋਬਲਮ। ਤਾਂ ਉਸ ਦਿਨ ਤੋਂ ਦਿਨ ਅੱਜ ਤੱਕ 6 ਸਾਲ ਲੰਘ ਗਏ, ਮੈਂ MLA ਬਣ ਗਿਆ, ਕੰਮ ਵੀ ਕੀਤੇ, ਪਾਰਟੀ ਦੇ ਵਿੱਚ ਕੰਮ ਵੀ ਕਰ। ਤੁਸੀਂ ਜਿਵੇਂ ਸ਼ਮਸ਼ੇਰ ਸਿੰਘ ਦੁੱਲੋ ਹੁਣਾਂ ਦਾ ਜ਼ਿਕਰ ਕਰ ਰਹੇ ਹੋ, ਪਾਰਟੀ ਦੇ ਵਿੱਚ ਕਿਹੜੇ ਐਸੇ ਵੱਡੇ ਲੀਡਰ ਨੇ ਜਾਂ ਕੁਝ 4-5 ਤੁਹਾਨੂੰ ਲੱਗਦਾ ਕਿ ਹਾਂ ਇਹਨਾਂ ਨੇ ਮੈਨੂੰ ਪੁਸ਼ ਕੀਤਾ? ਇਹ ਐਸੇ ਨਾਮ ਕਿਹੜੇ ਹੈਗੇ ਨੇ? ਮੈਨੂੰ ਕੋਟਲੀ ਪਰਿਵਾਰ ਦਾ ਤਾਂ ਆਸ਼ੀਰਵਾਦ ਬੱਚਿਆਂ ਦੀ ਤਰ੍ਹਾਂ ਰੱਖਿਆ ਸਤਿ ਪ੍ਰਕਾਸ਼ ਸਿੰਘ ਜੀ ਨੇ, ਤੇ ਗੁਰਕੀਰਤ ਬਿੱਟੂ, ਅਸੀਂ ਸਾਰੇ ਭਾਈਆਂ ਦੀ ਵਾਂਗ ਅੱਗੇ ਵਧੇ ਹਾਂ, ਸਾਰੇ ਇੱਕੋ ਯੂਥ ਕਾਂਗਰਸ ਦੇ ਮਾਧਿਅਮ 'ਚੋਂ ਨਿਕਲੇ ਹਾਂ। ਇਹਨਾਂ ਤੋਂ ਬਿਨਾਂ ਵੀ ਕੈਪਟਨ ਅਮਰਿੰਦਰ ਸਿੰਘ ਜੀ ਵੀ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਆ ਤੇ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਜਦੋਂ 2012 ਦੀ ਇਲੈਕਸ਼ਨ ਮੈਂ ਲੂਜ਼ ਕਰ ਗਿਆ, ਉਸ ਤੋਂ ਬਾਅਦ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਜਦੋਂ ਕਾਂਗਰਸ ਦੇ ਪ੍ਰਧਾਨ ਸੀ, ਉਹਨਾਂ ਨੇ ਮੈਨੂੰ ਰਾਹੁਲ ਗਾਂਧੀ ਜੀ ਦੇ ਦਫ਼ਤਰੋਂ ਮੈਸੇਜ ਕਰਕੇ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ, ਜੋ ਕਿ ਉਹਨਾਂ ਨੇ ਵੀ ਮੈਨੂੰ ਮੋਟੀਵੇਟ ਕੀਤਾ ਕਾਂਗਰਸ ਪਾਰਟੀ ਵਿੱਚ ਕੰਮ ਕਰਨ। ਤੁਹਾਡੀ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਈ ਹੈ, ਚਰਚਾ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਲੱਖੇ ਨੇ ਵੀ ਆਪਦੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਅਫਸਰਾਂ ਨੂੰ ਲੈ ਕੇ, ਮੰਤਰੀਆਂ ਨੂੰ ਲੈ ਕੇ ਤੇ ਬੇਅਦਬੀ ਗੋਲੀकांड ਦੇ ਮੁੱਦੇ ਨੂੰ ਲੈ ਕੇ। ਜਿਹੜੇ ਪਿਛਲੇ ਦਿਨਾਂ 'ਚ ਹਾਈ ਕੋਰਟ ਦੀ ਰਿਪੋਰਟ ਆਈ ਆ,
ਹਾਈ ਕੋਰਟ ਤੇ ਅਸੀਂ ਕਿੰਤੂ ਪਰੰਤੂ ਨਹੀਂ ਕਰ ਸਕਦੇ, ਪਰ ਅਸੀਂ ਇਹ ਨਾਰਾਜ਼ਗੀ ਜ਼ਰੂਰ ਜ਼ਾਹਰ ਕੀਤੀ ਆ ਵੀ ਇਹ ਕਿਉਂ ਹੋਇਆ, ਜਦ ਕਿ ਨਹੀਂ ਹੋਣਾ ਚਾਹੀਦਾ ਸੀ। ਕੈਪਟਨ ਅਮਰਿੰਦਰ ਸਿੰਘ ਜੀ ਨੂੰ ਸਪਸ਼ਟ ਸਾਰੇ ਵਿਧਾਇਕਾਂ ਨੇ ਕਿਹਾ ਵੀ ਜੇ ਅਸੀਂ ਲੋਕਾਂ ਦੇ ਵਿੱਚ ਰਹਿਣਾ, ਲੋਕਾਂ 'ਚ ਜਾਣਾ, ਤਾਂ ਸਾਨੂੰ ਜ਼ਰੂਰ ਬੇਅਦਬੀ ਬਾਰੇ ਤੇ ਜਿਹੜਾ ਗੋਲੀ ਕਾਂਡ ਹੋਇਆ ਤੇ ਉਸ ਤੋਂ ਬਾਅਦ ਸਿੱਖ ਨੌਜਵਾਨ ਮਾਰੇ ਗਏ ਸੀ, ਉਹਨਾਂ ਨੂੰ ਇਨਸਾਫ ਦਿਵਾਉਣਾ ਸਾਡੇ ਲਈ ਬਹੁਤ ਵੱਡੀ ਉਪਲਬਧੀ ਹੋਣੀ ਚਾਹੀਦੀ। ਗੱਲ ਤੇ ਇਹ ਨਿਕਲ ਕੇ ਆ ਰਹੀ ਆ ਕਿ ਐਮਐਲਏ ਇਹ ਸਮਝ ਰਿਹਾ ਕਿ ਅਸੀਂ ਹੁਣ ਲੋਕਾਂ ਦੇ ਵਿੱਚ ਕਿਹੜੇ ਮੂੰਹ ਨਾਲ ਜਾਈਏ, ਲੋਕਾਂ ਦੇ ਸਵਾਲਾਂ ਦੇ ਜਵਾਬ ਕਿੱਦਾਂ ਦਈਏ, ਅਸੀਂ ਲੋਕਾਂ 'ਚ ਜਾਣ ਜੋਗੇ ਹੈ ਨਹੀਂ ਕਿਉਂਕਿ ਅਸੀਂ ਬੇਅਦਬੀ ਗੋਲੀकांड ਦਾ ਇਨਸਾਫ ਨਹੀਂ ਦਵਾ ਪਾਏ। ਨਹੀਂ, ਬਿਲਕੁਲ ਗੱਲ ਤਾਂ ਕੱਲੀ ਬੇਅਦਬੀ ਦੀ ਨਹੀਂ, ਬੇਅਦਬੀ ਲੈ ਕੇ ਬਹੁਤ ਵੱਡਾ ਮੁੱਦਾ। ਜਦੋਂ ਤੁਸੀਂ ਪਿੰਡਾਂ 'ਚ ਜਾਂਦੇ ਹੋ, ਹੁਣ ਜਦੋਂ ਤੁਸੀਂ ਜਿਨ੍ਹਾਂ ਲੋਕਾਂ ਦੇ ਨਾਲ ਵੋਟਾਂ ਵੇਲੇ ਵਾਅਦੇ ਕੀਤੇ ਸੀਗੇ ਕਿ ਅਸੀਂ ਸਭ ਤੋਂ ਪਹਿਲਾਂ ਆਉਂਦੇ ਹੀ ਬੇਅਦਬੀ ਦੇ ਗੋਲੀकांड ਦੇ ਦੋਸ਼ੀਆਂ ਨੂੰ ਜੇਲ੍ਹਾਂ 'ਚ ਪਹੁੰਚਾਵਾਂਗੇ, ਹੁਣ ਲੋਕੀ ਸਵਾਲ ਕੀ ਕਰਦੇ ਆ ਜਦੋਂ ਜਾਂਦੇ ਹੋ ਪਿੰਡਾਂ 'ਚ? ਪਿਛਲੀ ਗੱਲ ਤਾਂ ਇਹ ਆ ਵੀ ਜਦੋਂ ਅਸੀਂ ਸੱਤਾ 'ਚ ਆਏ ਸੀ, ਪਿਛਲੀ ਗਵਰਨਮੈਂਟ ਨੇ ਬੇਅਦਬੀ ਵਾਲੀ ਜਿਹੜੀ ਫਾਈਲ ਸੀ ਸੀਬੀਆਈ ਨੂੰ ਹਵਾਲੇ ਕਰਤੀ ਸੀ। ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਵਿਧਾਨ ਸਭਾ 'ਚ ਉਹ ਮਤਾ ਪਾਸ ਕਰਕੇ ਸੀਬੀਆਈ ਤੋਂ ਵਾਪਸ ਲੈ ਕੇ ਆਉਣੀ ਪਈ ਜਾਂਚ ਸਾਨੂੰ। ਉਸ ਤੋਂ ਬਾਅਦ ਜਿਹੜੀ ਸਿੱਟ ਬਣੀ ਹੋਈ ਸੀ ਕਠੜਾ ਸਾਹਿਬ ਦੀ, ਉਹ ਰਿਜੈਕਟ ਕਰਤੀ ਕੋਰਟ ਨੇ। ਫਿਰ ਸਾਨੂੰ ਨਵੀਂ ਸਿੱਟ ਬਣਾਉਣੀ ਪਈ, ਉਹ ਸਿੱਟ ਦੇ ਨਤੀਜੇ ਆਉਣ ਨੂੰ ਸਮਾਂ ਲੱਗਣਾ ਸੀ, ਇਸ ਕਰਕੇ ਇਹ ਦੇਰੀ ਹੋਈ ਆ। ਪਰ ਇਹ ਕੰਮ ਜ਼ਰੂਰ ਕੈਪਟਨ ਅਮਰਿੰਦਰ ਸਿੰਘ ਜੀ ਸਰਕਾਰ ਦੇ ਵਿੱਚ ਰਹਿੰਦੇ ਰਹਿੰਦੇ ਕਰਕੇ ਦੇਣਗੇ। ਪਰ ਲੱਖਾ ਜੀ ਕਿਹਾ ਇਹ ਵੀ ਜਾਂਦਾ ਕਿ 9 ਚਲਾਨ ਜਿਹੜੇ ਕੁੰਵਰ ਵਿਜੇ ਪ੍ਰਤਾਪ ਨੇ ਪੇਸ਼ ਕਰ ਦਿੱਤੇ ਸੀਗੇ, 10ਵਾਂ ਪੇਸ਼ ਨਾ ਹੋਵੇ, ਇਸ ਦੇ ਲਈ ਕੁਝ ਕਾਨੂੰਨੀ ਖਾਮੀਆਂ ਰੱਖੀਆਂ ਗਈਆਂ, ਜਿਸ ਦਾ ਨਤੀਜਾ ਆਇਆ ਕਿ ਹਾਈ ਕੋਰਟ ਨੂੰ ਡਿਸੀਜਨ ਉਲਟ ਦੇਣਾ ਪਿਆ। 10ਵੇਂ ਚਲਾਨ ਤੋਂ ਬੜਾ ਡਰ ਸੀਗਾ। ਔਰ ਸਵਾਲ ਇਹ ਵੀ ਆਉਂਦਾ ਕਿ ਅਕਾਲੀ ਬਾਦਲ ਪਰਿਵਾਰ ਤੇ ਕੈਪਟਨ ਪਰਿਵਾਰ ਦੀ ਜਿਹੜੀ ਪਰਦੇ ਦੇ ਪਿੱਛੇ ਦੀ ਸਾਂਝ ਹੈ, ਇਹ ਉਹਦਾ ਨਤੀਜਾ। ਇਹ ਝੂਠ ਗੱਲਾਂ ਨੇ। ਕੈਪਟਨ ਅਮਰਿੰਦਰ ਸਿੰਘ ਸਪਸ਼ਟਤਾ ਦੇ ਤੌਰ ਤੇ ਕੱਲ੍ਹ ਵੀ ਕਹਿ ਚੁੱਕੇ ਨੇ, ਜੇ ਉਹਨਾਂ ਦਾ ਨੇੜਤਾ ਦਾ ਨਤੀਜਾ ਹੁੰਦਾ ਤਾਂ ਇਹਨਾਂ ਦਾ ਨਾਂ ਕਿਉਂ ਆਉਂਦਾ ਬਾਦਲਾਂ ਦਾ। ਉਹ ਸਿੱਟ ਦੇ ਵਿੱਚ ਜਿਹੜੀ ਸਿੱਟ ਬਣੀ ਸੀ, ਜ਼ਿਲ੍ਹੇ ਅਫਸਰਾਂ ਨੇ ਕੰਮ ਕੀਤਾ। ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਆਪ ਹੁਦਰਾਪਨ ਦਿਖਾਇਆ, ਉਹ ਨਹੀਂ ਸੀ ਕਰਨਾ ਚਾਹੀਦਾ। ਸਾਰੀ ਸਿੱਟ ਦੇ ਮੈਂਬਰਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਸੀ। ਜਿਹੜਾ 10ਵਾਂ ਚਲਾਨ ਸੀ ਬੇਹੱਦ ਜ਼ਰੂਰੀ ਸੀ। ਉਹਦੇ ਵਿੱਚ ਜਿਹੜੇ ਪਟੀਸ਼ਨ ਕਰਤਾ ਸੀ, ਉਹ ਐਡੇ ਬੰਦੇ ਹੈ ਨਹੀਂ ਵੀ ਇੰਨੇ ਮਹਿੰਗੇ ਵਕੀਲ ਕਰ ਸਕਣ। ਤੁਹਾਨੂੰ ਲੱਗਦਾ ਕਿ ਤੁਹਾਡੇ ਸਰਵੇ ਹੋਣੇ ਚਾਹੀਦੇ ਆ? ਕੁਝ ਸਰਵੇ ਹੋਏ ਵੀ ਹੈ, ਸਾਨੂੰ ਪਤਾ 40 ਤੋਂ ਵੱਧ ਸੀਟਾਂ ਦੇ ਸਰਵੇ ਹੋਏ ਆ, ਜਿਹੜੀਆਂ ਹਰੀਆਂ ਸੀ ਉਹਨਾਂ ਦੇ ਵੀ ਹੋਏ ਆ, ਜਿਹੜੇ ਜਿੱਤੇ ਹੋਏ ਨੇ ਉਹਨਾਂ ਦੇ ਸਰਵੇ ਸ਼ੁਰੂ ਹੋ ਚੁੱਕੇ ਆ। ਹੁਣ ਤੁਹਾਨੂੰ ਲੱਗਦਾ ਕਿ ਸਰਵੇ ਕੀ ਬੋਲ ਰਿਹਾ ਤੁਹਾਡੀ ਪਰਫਾਰਮੈਂਸ ਨੂੰ? ਇਮਾਨਦਾਰ ਐਨਾਲਿਸਿਸ ਦੱਸੋ, ਕਿੱਥੇ ਤੁਹਾਨੂੰ ਲੱਗਦਾ ਕਿ ਕਮੀਆਂ ਰਹਿ ਗਈਆਂ ਸਾਡੀਆਂ, ਜਾਂ ਕਿਹੜੇ ਤੁਹਾਨੂੰ ਲੱਗਦਾ ਕਿ ਸਾਡੇ ਸਟਰੋਂਗ ਪੁਆਇੰਟ ਹੈ, ਅਸੀਂ ਲੋਕਾਂ 'ਚ ਜਾ ਸਕਦੇ ਹਾਂ? ਬਿਲਕੁਲ ਸਰਵੇ ਹੋਣੇ ਚਾਹੀਦੇ ਨੇ, ਕਿਉਂਕਿ ਸਰਕਾਰ ਨੇ ਰਿਪੀਟ ਕਰਨ ਲਈ ਆਪਣੇ ਉਮੀਦਵਾਰ ਲੋਕ ਕਚਹਿਰੀ 'ਚ ਖੜੇ ਕਰਨੇ ਨੇ। ਸਾਨੂੰ ਸਟਰੋਂਗ ਜਿਹੜੇ ਕੰਮ ਨੇ, ਜਿਵੇਂ ਜਿਸ ਤਰ੍ਹਾਂ ਦਰਾਹੇ ਸ਼ਹਿਰ 'ਚ ਆ, ਪਿਛਲੇ 40-50 ਸਾਲ ਦੀ ਡਿਮਾਂਡ ਸੀ, ਦਰਾਹੇ ਸ਼ਹਿਰ 'ਚ ਸਰਕਾਰੀ ਹਸਪੀਟਲ ਨਹੀਂ ਸੀ। ਉਹ ਮੈਂ ਪੰਜਾਬ ਦੀ ਵਿਧਾਨ ਸਭਾ 'ਚ ਬੋਲਿਆ ਪਹਿਲੇ ਦਿਨ, ਤੇ ਉਹ ਹਸਪੀਟਲ ਮਨਜ਼ੂਰ ਹੈ ਤੇ ਅੱਜ ਉਹ ਕੰਮ ਚੱਲ ਰਿਹਾ, ਬਣ ਰਿਹਾ। ਉਸ ਤੋਂ ਬਾਅਦ ਸਾਡੇ ਇਲਾਕੇ ਦੀਆਂ ਜਿਹੜੀਆਂ ਲਿੰਕ ਸੜਕਾਂ ਸੀ, ਉਹ ਸਾਰੀਆਂ ਟੁੱਟੀਆਂ ਪਈਆਂ ਸੀ। ਪਿਛਲੇ 10 ਸਾਲਾਂ 'ਚ ਸਰਕਾਰ ਨੇ ਕੋਈ ਉਹਦੀ ਸਾਰ ਨਹੀਂ ਲਈ। 54 ਕਰੋੜ ਰੁਪਏ ਦੇ ਨਾਲ 300 ਕਿਲੋਮੀਟਰ ਸੜਕ ਦੀ ਰਿਪੇਅਰ ਕੀਤੀ। ਉਸ ਤੋਂ ਬਾਅਦ ਸਾਡੀਆਂ 2 ਮੇਨ ਵੱਡੀਆਂ ਸੜਕਾਂ ਨੇ, ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦਾ ਮਾਰਗ, ਉਹਦਾ ਪਰਸੋਂ ਕੰਮ ਸ਼ੁਰੂ ਹੋ ਚੁੱਕਿਆ। ਜੇ ਪਰਫਾਰਮੈਂਸ ਬਹੁਤ ਅੱਛੀ ਹੈ, ਫਿਰ ਲਖਵੀਰ ਲੱਖਾ ਨੂੰ ਸ਼ਿਕਾਇਤਾਂ ਕੀ ਨੇ ਮੁੱਖ ਮੰਤਰੀ ਤੋਂ? ਮੀਟਿੰਗ ਦੇ ਵਿੱਚ ਸੁਣਿਆ ਬੜਾ ਹੰਗਾਮਾ ਹੋਇਆ, ਤੁਸੀਂ ਕੀ ਸ਼ਿਕਾਇਤਾਂ ਦਿੱਤੀਆਂ ਫਿਰ ਆਪਣੀਆਂ? ਗਿਲੇ ਸ਼ਿਕਵੇ ਆਪਣਿਆਂ ਨਾਲੇ ਕੀਤੇ ਜਾਂਦੇ ਨੇ, ਦੂਸਰੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ ਜਾਂਦਾ। ਗਿਲਾ ਸ਼ਿਕਵਾ ਇਹੀ ਆ ਵੀ ਸਾਨੂੰ ਬੜਾ ਫਰਾਖ ਦਿਲੀ ਨਾਲ ਲੋਕਾਂ ਕਟਹਿਰੇ 'ਚ ਜਾਣਾ ਚਾਹੀਦਾ। ਜਿਹੜੇ ਸਾਡੇ 'ਚ ਨੁਕਸ ਨੇ ਉਹ ਦੱਸਣੇ ਚਾਹੀਦੇ ਨੇ, ਜਿਹੜੇ ਅਸੀਂ ਕੰਮ ਕੀਤੇ ਨੇ ਉਹ ਉਭਾਰ ਕੇ ਲੋਕਾਂ ਨੂੰ ਦਿਖਾਉਣੇ ਚਾਹੀਦੇ। ਪਰ ਇਹ ਵੀ ਸੀਗਾ ਲੱਖਾ ਜੀ ਕਿ ਕੁਝ ਮੰਤਰੀਆਂ ਦੇ ਨਾਲ ਵੀ ਕੁਝ ਸ਼ਿਕਾਇਤਾਂ ਸੀਗੀਆਂ ਤੇ ਕੁਝ ਅਫਸਰਾਂ ਦੀਆਂ ਵੀ ਸ਼ਿਕਾਇਤਾਂ ਸੀਗੀਆਂ ਕਿ ਅਫਸਰ ਜਿਹੜੇ ਆ ਸੁਣਵਾਈ ਘੱਟ ਕਰਦੇ ਆ ਤੇ ਮੰਤਰੀ ਜਿਹੜੇ ਆ ਆਪਣੇ ਚਹੇਤਿਆਂ ਨੂੰ ਗ੍ਰਾਂਟਾਂ ਦਿੰਦੇ, ਸਾਰਿਆਂ ਨੂੰ ਮਿਲਦੀਆਂ ਨਹੀਂ। ਗੱਲ ਇਸ ਤਰ੍ਹਾਂ ਜੀ, ਕੁਝ ਮੰਤਰੀ ਹੈਗੇ ਨੇ ਜਿਹੜੇ ਬਹੁਤ ਵਧੀਆ ਨੇ, ਕੰਮ ਪਹਿਲਾਂ ਕਹੀਦਾ ਤੇ ਜਲਦੀ ਹੋ ਜਾਂਦਾ ਵਾ। ਕੁਝ ਤਰ੍ਹਾਂ ਦੀ ਆਪਣੀ ਮਨੋਦਸ਼ਾ ਹੁੰਦੀ ਆ ਹਰੇਕ ਬੰਦੇ ਦੀ, ਵੀ ਕੋਈ ਤਾਂ ਹੁੰਦਾ ਮੰਤਰੀ ਫਰਾਕ ਦਲੀ ਵਾਲਾ, ਉਹਨੂੰ ਆਪਣੇ ਹਲਕੇ ਦੀ ਨਹੀਂ ਤੇ ਉਹਨੂੰ ਸਾਰੇ ਪੰਜਾਬ ਦੀ ਹੁੰਦੀ ਆ। ਕੁਝ ਮਿਨਿਸਟਰ ਸਾਹਿਬਾਨ ਹੁੰਦੇ ਨੇ ਵੀ ਮੈਂ ਆਪਣੇ ਹਲਕੇ ਦੀ ਡਿਵੈਲਪਮੈਂਟ ਕਰ ਲਾਂ, ਵੀ ਮੈਂ ਹੀ ਇਕੱਲਾ ਜਿੱਤਾਂ। ਇਹ ਗੱਲ ਨਹੀਂ ਹੋਣੀ ਚਾਹੀਦੀ। ਸਾਰਿਆਂ ਜਿਹੜੇ ਮਿਨਿਸਟਰ ਹੁੰਦੇ ਨੇ ਇਕੱਲੇ ਆਪਦੇ ਹਲਕੇ ਦੇ ਨਹੀਂ ਹੁੰਦੇ, ਉਹ ਸਟੇਟ ਦੇ ਮਿਨਿਸਟਰ ਹੁੰਦੇ ਨੇ, ਉਹਨਾਂ ਨੇ ਸਾਰੇ ਪੰਜਾਬ ਨੂੰ ਨਾਲ ਲੈ ਕੇ ਚੱਲਣਾ। ਦੱਸਿਆ ਕਿੰਨੇ ਮਿਨਿਸਟਰ ਨੇ? ਨਾਮ ਦੱਸਿਆ ਮਿਨਿਸਟਰਾਂ ਦੇ? ਚਲੋ ਹੁਣ ਤੁਸੀਂ ਚਲੋ ਸਾਨੂੰ ਤੇ ਨਾਂ ਦੱਸੋ, ਵੈਸੇ ਮੁੱਖ ਮੰਤਰੀ ਨੂੰ ਦੱਸਿਆ ਕਿੰਨੇ? ਨਾਂ ਗਿਣਤੀ ਦੱਸ ਦਿਓ। ਉਹ ਮੁੱਖ ਮੰਤਰੀ ਜੀ ਦੇ ਧਿਆਨ 'ਚ ਲਿਆ ਤਾਂ ਮੁੱਖ ਮੰਤਰੀ ਜੀ ਆਪ ਫੈਸਲਾ ਲੈਣਗੇ। ਜਿਹੜਾ ਸਰਵੇ ਹੋ ਰਿਹਾ ਹੁਣ ਐਮਐਲਏਜ਼ ਦੇ ਲਈ ਸਰਵੇ ਹੋ ਰਹੇ ਆ, ਪ੍ਰਗਟ ਸਿੰਘ ਕਹਿੰਦੇ ਕਿ ਮੁੱਖ ਮੰਤਰੀ ਨੂੰ ਆਪਣਾ ਸਰਵੇ ਵੀ ਕਰਾਉਣਾ ਚਾਹੀਦਾ, ਜਿੱਤਦੇ ਕਿ ਨਹੀਂ ਜਿੱਤਦੇ?
ਬਿਲਕੁਲ ਕੈਪਟਨ ਅਮਰਿੰਦਰ ਸਿੰਘ ਜੀ ਦਾ ਵੀ ਸਰਵੇ ਹੋ ਰਿਹਾ। ਜੇ ਉਹਨਾਂ ਦੀ ਪਾਪੂਲੈਰਿਟੀ ਆ ਤਾਂ ਹੀ ਲੋਕ ਤੇ ਕਾਂਗਰਸ ਪਾਰਟੀ ਹਾਈ ਕਮਾਂਡ ਉਹਨਾਂ ਦੇ ਸਿਰ ਤੇ ਖੜੀ ਆ। ਇਹ ਗੱਲਾਂ ਸਾਨੂੰ ਮੀਡੀਆ 'ਚ ਨਹੀਂ ਜਾਣਾ ਚਾਹੀਦੀਆਂ। ਸਾਡੇ ਪਾਰਟੀ ਦਾ ਅੰਦਰੂਨੀ ਮੈਟਰ ਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸ਼ਖਸੀਅਤ ਆ ਉਹ ਲੋਕ ਭਲੀ ਭਾਂਤ ਜਾਣਦੇ ਨੇ। ਜੋ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਤੇ ਤੱਥ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਸਰਵੇ ਕੈਪਟਨ ਅਮਰਿੰਦਰ ਸਿੰਘ ਦਾ ਸਰਵੇ ਕੌਣ ਕਰਾ ਰਿਹਾ? ਪਾਰਟੀ ਹਾਈ ਕਮਾਂਡ ਕਰਾ ਰਹੀ ਹੈ ਕਿ ਪ੍ਰਸ਼ਾਂਤ ਕਿਸ਼ੋਰ ਕਰਾ ਰਹੇ? ਦੇਖੋ ਜੀ, ਇਹ ਮੇਰਾ ਅਧਿਕਾਰ ਖੇਤਰ ਨਹੀਂ ਹੈਗਾ, ਇਹ ਪਾਰਟੀ ਹਾਈ ਕਮਾਂਡ ਦਾ ਅਧਿਕਾਰ ਖੇਤਰ ਆ। ਇਹ ਪਾਰਟੀ ਨੇ ਜੋ ਐਨਾਲਿਸਟ ਜਿਹੜੇ ਹੋਣਗੇ ਉਹਨਾਂ ਦਾ ਪ੍ਰੈਰੋਗੇਟਿਵ ਆ। ਪਾਰਟੀ ਨੇ ਦੇਖਣਾ। ਅਸੀਂ ਜੋ ਹਾਈ ਕਮਾਂਡ ਸਾਨੂੰ ਜਿਹਦੇ ਰਾਹੀਂ ਜਿਹਦੀ ਸਰਪ੍ਰਾਤੀ ਚੋਣਾਂ ਲੜਨ ਨੂੰ ਕੋਈ, ਅਸੀਂ ਉਹਦੀ ਸਰਪ੍ਰਾਤੀ ਚੋਣ ਲੜਾਂਗੇ। ਕਿ ਅੱਜ ਤੱਕ ਕੈਪਟਨ ਅਮਰਿੰਦਰ ਸਿੰਘ ਸਾਡੀ ਅਗਵਾਈ ਕੀਤੀ ਆ। ਇਹ ਆਸ ਆ ਵੀ ਆਉਣ ਵਾਲੇ ਦਿਨਾਂ 'ਚ ਵੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੀ ਅਗਵਾਈ ਕਰਨਗੇ। ਸੋ ਇਹ ਲਖਬੀਰ ਲੱਖਾ ਹੁਣ ਇਲੈਕਸ਼ਨ ਮੋਡ ਤੇ ਨੇ, ਜਗ੍ਹਾ ਜਗ੍ਹਾ ਉਦਘਾਟਨ ਕਰ ਰਹੇ ਨੇ ਪ੍ਰਚਾਰ ਦੇ ਲਈ। ਹੁਣ ਲਗਭਗ ਤਿਆਰੀਆਂ ਕਮਰ ਕੱਸੇ ਹੋਏ ਨੇ, ਪਰ ਆਖਿਰ ਦੇ ਵਿੱਚ ਫੈਸਲਾ ਲੋਕਾਂ ਨੇ ਲੈਣਾ ਹੈ ਕਿ ਪਰਫਾਰਮੈਂਸ ਦੇਖੀ ਜਾਏਗੀ ਐਮਐਲਏਜ਼ ਦੀ, ਜਾਂ ਜਿਹੜੇ ਵਾਅਦੇ ਪੂਰੇ ਨਹੀਂ ਕੀਤੇ ਉਹਨਾਂ ਨੂੰ ਲੈ ਕੇ ਲੋਕ ਕੀ ਸੋਚ ਰਹੇ ਨੇ। ਲਿਹਾਜ਼ਾ ਲਖਬੀਰ ਲੱਖਾ ਦੇ ਸਟਰਗਲ ਦੀ ਪੋਲੀਟੀਕਲ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਇਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਕੈਮਰਾਮੈਨ ਗੁਲਸ਼ਨ ਤੇ ਪਵਨ ਦੇ ਨਾਲ ਪਮਿਲ ਭਾਟੀਆ, ਦੈਨਿਕ ਸਵੇਰਾ, ਪਾਇਲ ਕੌਂਸਟੀਟੂਐਂਸੀ।